तेरी कवन वडाई। तू सुल्तान कहा हूँ मियाँ, तेरी कवन वडाई। जो तू देहें सो कहाँ स्वामी, मैं मूरख कहन न जाई। सतनाम। धन वाहिगुरु साहिब जी। आसा कहा पयो जो तन पयो छिन छिन। प्रेम जाए तो डर पै तेरो जन। तुझे चरण अरविंद पवन मन। पान करत पायो पायो रामैया धन। रहाउ संपत विपत पटल माया धन। ता मह मगन होत न तेरो जन। प्रेम की जेवरी बांध्यो तेरो जन। कह रविदास छुटवो कवन गुण। प्रेम की जेवरी बांध्यो तेरो जन। कह रविदास छूटवो कवन गुण। वाहिगुरु जी का खालसा वाहिगुरु जी की फतेह। परम सन्मानयोग जुगों जुग अटल तन तन श्री गुरु ग्रंथ साहब महाराज जी दी पावन पवित्र हजूरी विच सुभाईमान होए बैठे सतसंगी जनों, गुरु महाराज ने अपार कृपा की। संगतां पासों अमृतमयी बाणी का कीर्तन सरवण किया है। आओ भगतां दी बाणी दी लड़ीवार विचार नाल जुड़ते हाँ। अज दा पावन शब्द भगत रविदास जी का उच्चारण किया होया आसा राग का चौथा शब्द है। भगत रविदास जी के 6 शब्द ने आसा राग दे विच। उस तो पहला सी भगत नामदेव जी के 5 शब्द उन्हां दी विचार सरवण की। 37 शब्द आसा राग दे भगत कबीर साहब जी दे आपां रल के विचारे हैं। अज का जिहड़ा शब्द है इस दे विच भगत रविदास जी समझा रहे हैं कि जिन्हां मनुखां दा प्रेम प्रभु के चरनां नाल लग्या रहिंदा है, उन्हां दे जीवन विच काम क्रोध आदि जिहड़ियां वासनावां हन उन्हां नूं सतांदियां नहीं हन, पाउंदियां नहीं हन। आओ ये प्रेम किस तरह साडा पक्का हो सके अते इस मार्ग ते असीं किवें तुरीए, अज दे शब्द नाल जुड़दे हाँ। विचारां दी आरंभता तो पहलां साहिबान झुकाओ सीस, प्यार नाल हाजरियां लवाओ, गुरमंत्र दी सांध करो। आखो जी सतनाम
श्री वाहिगुरु। हिर करो कृपा सतनाम श्री वाहिगुरु। ਜਦੋਂ ਆਪਾਂ ਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ ਤੇ ਇਸ ਪਾਸੇ ਦੋ ਤਰ੍ਹਾਂ ਦੇ ਮਨੁੱਖ ਜੁੜੇ ਹੋਏ ਨੇ। ਇੱਕ ਉਹ ਨੇ ਜਿਹੜੇ ਬੰਦਗੀ ਕਰਦੇ ਨੇ ਪਰ ਉਹਨਾਂ ਦੀ ਬੰਦਗੀ ਵਿੱਚ ਪ੍ਰੇਮ ਹੈ, ਉਹਨਾਂ ਦੀ ਬੰਦਗੀ 'ਚ ਪ੍ਰੇਮ ਹੈ, ਪਿਆਰ ਹੈ, ਪ੍ਰੀਤ ਹੈ। ਤੇ ਇੱਕ ਉਹ ਨੇ ਜਿਹੜੇ ਤੇ ਕੇਵਲ ਬੱਧਾ ਚੱਟੀ ਕਰਦੇ ਨੇ, ਉਹਦੇ ਵਿੱਚ ਨਾ ਕੋਈ ਪ੍ਰੇਮ ਹੈ ਨਾ ਕੋਈ ਪ੍ਰੀਤ ਹੈ, ਪਰ ਉਹ ਕਰ ਰਹੇ ਹਨ। ਉਸ ਨੂੰ ਗੁਰੂ ਸਾਹਿਬ ਨੇ ਤਾਂ ਲਿਖਿਆ ਬਾਣੀ 'ਚ, ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ। ਹਮੇਸ਼ਾ ਦਾਸ ਬੇਨਤੀ ਕਰਦਾ, ਜਦੋਂ ਵੀ ਗੁਰਦੁਆਰੇ ਆਓ ਨਾ ਪ੍ਰੇਮ ਨਾਲ ਆਇਆ ਕਰੋ। ਕਈ ਬੰਦੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰਦੁਆਰੇ ਆਉਂਦੇ ਨੇ, ਪਰ ਉਹ ਬੱਧਾ ਚੱਟੀ ਕਰਦੇ ਨੇ। ਜਦੋਂ ਆਪਾਂ ਬੱਧਾ ਚੱਟੀ ਕਰਦੇ ਹਾਂ, ਬੱਧਾ ਚੱਟੀ ਦਾ ਅਰਥ ਹੈ ਕਿ ਜਿਹੜਾ ਕਰਮ ਵੀ ਕਰ ਰਹੇ ਹਾਂ ਉਸ ਦੇ ਵਿੱਚ ਸਾਡਾ ਮਨ ਨਹੀਂ ਹੈ, ਪਰ ਅਸੀਂ ਪਰਿਵਾਰ ਕਰਕੇ, ਆਪਣੇ ਵੱਡਿਆਂ ਕਰਕੇ, ਜਾਂ ਇਸ ਕਰਕੇ ਵੀ ਲੋਕ ਸਾਨੂੰ ਕੀ ਆਖਣਗੇ, ਤੇ ਅਸੀਂ ਕਰਮ ਕਰ ਰਹੇ ਹੁੰਦੇ ਹਾਂ। ਵੀ ਲੋਕ ਆਖਣਗੇ ਵੀ ਇਹ ਸਿੱਖ ਹੈ, ਗੁਰਦੁਆਰੇ ਵੀ ਨਹੀਂ ਆ ਸਕਦਾ। ਲੋਕ ਆਖਣਗੇ ਵੀ ਇਹ ਸਿੱਖ ਹੈ, ਬਾਣੀ ਵੀ ਨਹੀਂ ਪੜ੍ਹ ਸਕਦਾ। ਇਸ ਕਰਕੇ ਕਈ ਵਾਰੀ ਸਾਡਾ ਜਿਹੜਾ ਕਰਮ ਹੈ, ਉਸ ਕਰਮ ਦੇ ਪਿੱਛੇ ਕੇਵਲ ਤਾਂ ਕੇਵਲ ਬੱਧਾ ਚੱਟੀ ਹੁੰਦੀ ਹੈ। ਉਸ ਕਰਮ ਦੇ ਪ੍ਰਤੀ ਪਿਆਰ ਨਹੀਂ ਹੁੰਦਾ, ਬਸ ਉਹ ਕਰਮ ਕਰਨਾ ਪੈ ਰਿਹਾ ਹੈ ਔਰ ਅਸੀਂ ਕਰੀ ਜਾ ਰਹੇ ਹਾਂ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਇਹ ਗੱਲ ਸਮਝਾਈ, ਜੇ ਤੂੰ ਬੱਧਾ ਚੱਟੀ ਕਰਦੇ ਹੋਏ ਗੁਰੂ ਦੀ ਸੇਵਾ ਕਰੇਗਾ, ਸਿਮਰਨ ਕਰੇਗਾ, ਬਾਣੀ ਪੜ੍ਹੇਗਾ, ਅਤੇ ਇਸ ਵਿੱਚ ਨਾ ਤਾਂ ਕੋਈ ਗੁਣ ਦੀ ਗੱਲ ਹੈ ਨਾ ਹੀ ਕੋਈ ਉਪਕਾਰ ਦੀ ਗੱਲ ਹੈ। ਫਿਰ ਮਹਾਰਾਜ ਕਿਵੇਂ ਪਰਮਾਤਮਾ ਦੀ ਸਿਫਤ ਸਲਾਹ ਕਰੀਏ? ਮਹਾਰਾਜ ਕਹਿੰਦੇ ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਛੇਤੀ ਦਾ ਅਰਥ ਹੈ ਆਓ ਕਿ ਖੁਸ਼ੀ ਨਾਲ ਤੂੰ ਜੋ ਹੈ ਉਸ ਪਰਮਾਤਮਾ ਦੀ ਸਿਫਤ ਕਰ। ਜੋ ਵੀ ਕੰਮ ਕਰਨਾ ਚਾਅ ਨਾਲ ਕਰਨਾ। ਗੁਰਦੁਆਰੇ ਆਉਣਾ ਚਾਅ ਨਾਲ ਆਉਣਾ, ਖੁਸ਼ੀ ਨਾਲ ਆਉਣਾ, ਪ੍ਰਸੰਨ ਚਿੱਤ ਹੋ ਕੇ ਆਉਣਾ। ਇਹ ਨਹੀਂ ਮਰੇ ਜੇ ਮਨ ਨਾਲ ਗੁਰਦੁਆਰੇ ਨਹੀਂ ਆਉਣਾ। ਇਸ ਨੂੰ ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ ਵੀ ਜਿਹੜੇ ਲੋਕ ਮਰੇ ਜੇ ਮਨ ਨਾਲ ਗੁਰਦੁਆਰੇ ਆਉਂਦੇ ਨੇ, ਉਹਨਾਂ ਦੀ ਹਾਲਤ ਇਸ ਤਰ੍ਹਾਂ ਜਿਵੇਂ ਕੋਈ ਇੱਥੇ ਖਾਲੀ ਦੀਵਾ ਲੈ ਕੇ ਆ ਜਾਏ ਔਰ ਗੁਰੂ ਨੂੰ ਆਖੇ ਮਹਾਰਾਜ ਮੇਰਾ ਦੀਵਾ ਜਗਾ ਦਿਓ। ਗੁਰੂ ਸਾਹਿਬ ਕਹਿਣਗੇ ਦੀਵਾ ਤੇਰੇ ਕੋਲ ਹੈ, ਪਰ ਤੇਰੇ ਕੋਲ ਨਾ ਬੱਤੀ ਹੈ ਨਾ ਹੀ ਤੇਲ ਹੈ, ਅਤੇ ਮੈਂ ਕਿਵੇਂ ਤੇਰੇ ਦੀਵੇ ਨੂੰ ਜਗਾਵਾਂ? ਅਸੀਂ ਜਦੋਂ ਵੀ ਗੁਰਦੁਆਰੇ ਆਈਏ, ਅਸੀਂ ਆਪਣੇ ਘਟ ਰੂਪੀ ਦੀਪਕ ਨੂੰ ਸ਼ਰਧਾ ਦਾ ਤੇਲ ਅਤੇ ਗੁਰੂ ਦੇ ਭੈ ਦੀ ਵੱਟੀ ਵਿੱਚ ਪਾ ਕੇ ਆਈਏ। ਜਦੋਂ ਗੁਰੂ ਦੇ ਦਰ 'ਤੇ ਆਵਾਂਗੇ ਤਾਂ ਗੁਰੂ ਸਾਹਿਬ ਕਿਰਪਾ ਕਰਕੇ ਸਾਡੇ ਹਿਰਦੇ ਰੂਪੀ ਦੀਵੇ ਨੂੰ ਫਿਰ ਜਗਾ ਦੇਣਗੇ। ਨਹੀਂ ਤਾਂ ਗੁਰੂ ਮਹਾਰਾਜ ਕਹਿਣਗੇ ਤੂੰ ਆਉਂਦਾ ਰੋਜ਼ ਗੁਰਦੁਆਰੇ ਹੈ, ਪਰ ਨਾ ਤੇਰੇ ਅੰਦਰ ਸ਼ਰਧਾ ਦਾ ਤੇਲ ਹੈ ਨਾ ਹੀ ਭੈ ਦੀ ਵੱਟੀ ਹੈ, ਅਤੇ ਦੱਸ ਕਿਵੇਂ ਜਗਾਵਾਂ? ਔਰ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਹੈ, ਪੋਥੀ ਪੁਰਾਨ ਕਮਾਈਐ ਬਹੁ ਵੱਟੀ ਇਤਨ ਪਾਈਐ ਸੱਚ ਬੂਝਨ ਆਨ ਜਲਾਈਐ। ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਿਉਂ ਮਿਲੈ। ਇਸ ਕਰਕੇ ਦੋ ਤਰ੍ਹਾਂ ਦੀ ਸੰਗਤ ਹੈ। ਇੱਕ ਉਹ ਨੇ ਜਿਹੜੇ ਕਿ ਪ੍ਰੇਮ ਨਾਲ ਆਉਂਦੇ ਨੇ। ਅਸੀਂ ਵਿਸਾਖੀ ਮਨਾ ਕੇ ਹਟੇ ਹਾਂ। ਅਸੀਂ ਇਹ ਸੁਣਿਆ ਕਿ ਗੁਰੂ ਸਾਹਿਬ ਜੀ ਨੂੰ ਜਿਨ੍ਹਾਂ ਸਿੰਘਾਂ ਨੇ ਸੀਸ ਭੇਟ ਕੀਤਾ ਉਹਨਾਂ ਨੂੰ ਪਿਆਰੇ ਕਹਿੰਦੇ ਨੇ, ਹੈ ਜੀ। ਪਰ ਕਦੀ ਵਿਚਾਰਿਆ ਪਿਆਰੇ ਕਿਉਂ ਕਹਿੰਦੇ ਹਾਂ? ਅਸੀਂ ਇਸ ਕਰਕੇ ਉਹਨਾਂ ਨੂੰ ਪਿਆਰੇ ਕਹਿੰਦੇ ਹਾਂ, ਜਦੋਂ ਉਹਨਾਂ ਨੇ ਸੀਸ ਭੇਟ ਕੀਤਾ ਅਤੇ ਕੋਈ ਸੌਦਾਬਾਜ਼ੀ ਨਹੀਂ ਕੀਤੀ ਵੀ ਸੱਚੇ ਪਾਤਸ਼ਾਹ ਵੀ ਬਦਲੇ ਵਿੱਚ ਸਾਨੂੰ ਇਹ ਚਾਹੀਦਾ ਤਾਂ ਅਸੀਂ ਸੀਸ ਭੇਟਾ ਕਰਾਂਗੇ, ਬਦਲੇ ਵਿੱਚ ਸਾਨੂੰ ਇਹ ਚਾਹੀਦਾ ਤਾਂ ਸੀਸ ਭੇਟਾ ਕਰਾਂਗੇ।
गुरु ने कहा सिर की लोड़ है, सिख ने जाके अपना सिर गुरु साहब के अगे रख दिता। कोई शर्त नहीं, कोई भी मंग नहीं भी सच्चे पातशाह मैं सिर दे देंगा पर मेरी मंग ये है, ये पूरी करो। पहला मैं मत्था तो टेकांगा पर मेरी ये मंग पूरी होनी चाहिए, मैं पाठ तो करावांगा पर मेरी ये मंग पूरी होनी चाहिए। असी सौदाबाजी करते हैं, इस करके सानू प्यारे नहीं कहा जाता। उन्होंने अपना सिर भेटा कर दिता। गुरु साहब जी ने कोई सौदाबाजी नहीं की, कोई मंग नहीं की। गुरु ने सिर मंगया, उन्होंने सिर भेटा कर दिता। इस करके सिख कौम उन्होंने प्यारे के नाम नाल याद करती भी प्यारे। प्यारे का अर्थ होंदा है जिहड़ा कि गुरु नूं सच्चा प्यार करदा है, गुरु नाल कोई सौदाबाजी नहीं करता। इस करके गुरु साहब ने कहा कि आवो सिख सतगुरु के प्यारिओ, गावो सच्ची बाणी। प्यारिਆਂ ਨੂੰ आवाज़ मारी, आओ मेरे प्यारिओ आपां मिल के सच्ची बाणी गावीए। बाणी ता गावो गुरु केरी, बाणियाँ सिर बाणी जिनको नदर कर्म होवै हिरदे तना समानी। फिर नाल कहणगे पीवो अमृत सदा रहो हर रंग, जपियो सारंग पानी कहे नानक सदा गावो यह सच्ची बाणी। गुरु फिर अपने प्यारिਆਂ ਨੂੰ आवाज़ मारदा है। इस करके गुरु नूं जदों मुहब्बत करनी है ना, तो गुरु साहब कहते दिलों मुहब्बत जिन सही सचिया। मुहब्बत करनी है दिल नाल करनी है, प्यार करना है दिलों प्यार करना है। अज दे शब्द विच भगत रविदास जी ने दिल नाल प्यार की गल साडे नाल सांझी कीती है कि रब नूं प्यार करो तो दिल नाल प्यार करो। दिलों प्यार, सिख ने मुहब्बत दिल नाल करनी है, मनो करनी है। की कह रहे हैं भगत जी? कहन लगे तुझ है चरण अरबिंद भवन मन, पान करत पायो पायो रामैया तन। रामैया का अर्थ होंदा है रमिया होया। इत्थे रमैया का अर्थ करांगे हे सोने राम, हे रमे होए मेरे प्रभु, हे मेरे रमैया, हे मेरे सोने राम। मेरा मन कोल फुल वर्गे सोने चरनां नूं अपने रहण दी थां बना चुकिया। जिहड़े तेरे सोने चरण ने ना परमात्मा, क्योंकि तेरे जिहड़े चरण ने कोल फुल वर्गे सोने ने, ते तेरे चरनां नूं अपने रहण दी थां बना चुकिया है। भगत रविदास जी कहते ने मेरा जिहड़ा मन है, असी देखिए भी साडा मन भी वाहिगुरु जी दे सोने चरनां नूं अपने हिरदे विच वसाण वास्ते तैयार है, एग्री है, गल कबूल करदा है मन साडा भी सच्चे पातशाह तेरी विचार, तेरा शब्द, तेरा ज्ञान, तेरा उपदेश मैं अपने मन विच वसाण वास्ते तैयार हाँ। क्योंकि जदों चरण अखर आया और कमल वर्गा चरण की गल आई तो गुरबाणी विच ये गल निखेड़ के दसी गई। कहते ने गुर के चरण शब्द सतगुर को नानक बांध्यो पाल। गुरु दे जिहड़े चरण ने जां परमात्मा दे जिहड़े चरण ने वो शब्द है। क्योंकि रब ना कोई दा चक्कर है, ना कोई चिन्ह है, ना कोई जात है, ना पात है, ना उहदा कोई शरीर है, वो निरंजन है, निरंकार है। तो ऐसे रब दे चरण की ने जिहदा आकार ही नहीं, उहदे चरण ने शब्द। गुरु दे चरण भी शब्द ने। अज जदों आपां गुरु नाल जुड़दे हैं ना, तो गुरु दे चरण की ने गुरु दे शब्द नूं चंगी तरह फड़ लेना। लोग की करते ने, मैं कई बारी वेखदा, हुण तो चलो थोड़ी लोगों नूं समझ आई है। अज तो 10 साल पहला जदों पंजाब दे च दास प्रचार करदा सी, तकरीबन 90% माइयां पीड़े साहब दे पाविਆਂ ਨੂੰ आ के घुੱਟਦੀਆਂ ਹੁੰਦੀਆਂ ਸਨ। मैं पुछदा सी भी माई तुसीं की करदे हो? कहंदे गुरु साहब दे चरण घुੱਟ रही। पीड़ी दे पावां ਨੂੰ घुੱਟਣਾ ते पुछना की कर रहे हो? कहंदे चरण घुੱਟ रही। आओ कि पीड़ी दे पावां ਨੂੰ चरण समझिया होया सी।
पर गुरु साहब दे चरण केवल शब्द है, ज्ञान है। सगों चंगा ये होवे कि गुरु साहब दे शब्द नूं चंगी तरह घुट के अपने हिरदे च वसा लईए। वो साडे हिरदे विचों पासे ना होए गुरु साहब दा शब्द। इस करके भगत जी कहते ने तुझै चरण अरविंद भवन मन। भवन का अर्थ भगत रविदास जी इत्थे समझा रहे ने टिकाणा। तुझे चरण का अर्थ है हे परमात्मा तेरे कमल वर्गे सोहने चरण मैं अपने हिरदे विच टिकाण वास्ते तैयार हो गया हाँ। पाओ कि अपने रहन की थां बना ली तेरे सोहने चरण, मेरा टिकाणा बन गया। पाओ कि मेरे मन का टिकाणा बन गया तेरे सोहने चरण। भवन का अर्थ है टिकाणा। आखन लगे पान करत पायो पायो रामैया तन। तेरे चरण कमलों विचों नाम रस पींदियां पींदियां, क्योंकि नाम रस पीवांगे तो फिर की होएगा, सानू नाम का रस उहदे विचों लभेगा। जदों असीं परमात्मा दे सोहणे चरनां कमलों नाल जुड़ांगे, गुरु शब्द नाल जुड़ांगे, क्योंकि रब का जो अनुभव है वो शब्द है। रब की जो नेड़ता है साडी अकल की उडारी है। जितनी साडी अकल बरीक हो जाएगी, जितनी साडी अकल जिहड़ी है वो गुरु के शब्द नाल घड़ी जाएगी, उतनी अकल साडी प्रभु के नेड़े हो सकती है। उस तो बिना होर कोई तरीका नहीं है। इस करके गुरमत विच अकल का घड़ना ही जीवन का घड़ना है। और तुसीं रोज़ पढ़ते हो तिथै घड़ीऐ सुरत मत मन बुध। ये सारे चारे अखर लखायक जिहड़े ने साडी मत मन बुध इक्को ही चीज़ है सारे, क्योंकि सारे फुर ने ना उस मत विचों बुध विचों मन विचों वो एक थां ते इकट्ठे होंदे सारे। ते असी ये चार चीज़ां नूं अपने हिरदे विच घड़ना है। घड़न का अर्थ होंदा किसी चीज़ नूं तरतीब च लियाना, किसी नूं कोई शकल दे देनी। जिवें एक पत्थर है उसनूं एक तरतीब दे देनी, एक शकल दे देनी, उहदे विच मूर्ति प्रगट हो जाती। बुੱਤ घाड़ा की करदा है, एक पत्थर नूं एक शकल दे दिंदा है, एक तरतीब दे दिंदा है। इस तरह अपनी बुद्ध नूं अपनी मत नूं अपने मन नूं एक जो है तरतीब देनी है, जीवन जीवन की जुगत सिखानी है। भगत जी कहन लगे, कहते तेरे सोहने चरण कमलों विचों नाम रस पींदियां पींदियां मैं लभ लिया है, मैं लभ लिया है कि रामैया तन, हे रमैया तेरा नाम तन लभ लिया है। मैं हमेशा बेनती करता हूँ, सब तो औखा धन नाम धन है। दुनियावी धन सारिਆਂ ਨੂੰ ਲੱਭ ਜਾਂਦਾ है, पर नाम धन तो कोई विरले विरले ਨੂੰ ਲੱਭਦਾ है। दुनियावी धन ਤਾਂ फिर महाराज कहते ने काचा धन संचै मूर्ख गावार, मनमुख भूले अंध गवार। विख्या कै धन सदा दुख होए, ना साथ जाए ना प्राप्त होए। साचा धन गुरमति पाए, काचा धन हुन आवे जाए। कच्चा धन दी जो ये दुनियावी धन है ना, ये अज मेरे कोल है, कल थोड़े कोल है, परसों किसी होर कोल है। ये सदा थिर नहीं रहिंदा, ये घटदा वधदा रहिंदा है। कदी वध हो जाता है, कदी घट जाता है, कदी फिर आ जाता है, चला जाता है। जीवन विच कितनी बारी ऐसा होंदा है कि मनुख कोल कई बारी जेब दे विच चाय पीण जोगे पैसे भी नहीं होंदे, ते कई बारी इन्ने पैसे होंदे ने वो खर्च नहीं कर सकदा, इतना धन उसदी जेब च पिया हुंदा। क्योंकि ये धन हमेशा इक्को जिहा नहीं रहिंदा। जिहड़ा दुनियावी धन है ना, काचा धन फुन आवे जाए, आंदा रहिंदा है फिर चला जाता है, फिर आ जाता चला जाता है। ताई महाराज ने आख्या कि कबहू खांड घिओ ना भावै, कबहू कर कर टूक बनावै, कबहू कूरे चने बनावै। ये दुनियावी धन की हालत है भी। एक वेला वो है कि जो बंदे को एडा धन है कि खंड घिओ दुनिया के 36 प्रकार कर पे ने, कोई चंगा नहीं लग रहा, एडी ऐस लगी हुई है। कबहू खांड घिओ ना भावै, तो एक दिन ऐसा भी है कबहू कर कर टूक मंगावे। वही बंदा है तो कर कर मंगन तो मजबूर हो जाता है, तो लोग उसकी टुक भी नहीं पाते। सच है
ਇਹਨੂੰ ਮਹਾਰਾਜ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਨ ਭਿਖ ਨਾ ਮਾਇੰਦਾ। ਇੱਕ ਇਹ ਅਸਲੀਅਤ ਹੈ ਜੀਵਨ ਦੀ, ਇਹ ਖੇਡ ਹੈ ਮੇਰੇ ਮਾਲਕ ਦੀ ਬਾਣੀ ਵਿੱਚ। ਉਹੀ ਬੰਦਾ ਹੈ ਕਿ ਕਦੀ 36 ਪ੍ਰਕਾਰ ਦੇ ਭੋਜਨ ਨੂੰ ਠੁਕਰਾਉਂਦਾ ਫਿਰਦਾ ਹੈ ਅਤੇ ਕਈ ਵਾਰੀ ਹਾਲਤ ਐਸੀ ਬਣ ਜਾਂਦੀ ਕਿ ਉਹਨੂੰ ਕੋਈ ਟੁੱਕ ਦੇਣ ਵਾਸਤੇ ਵੀ ਤਿਆਰ ਨਹੀਂ। ਕਈ ਵਾਰੀ ਚਨੇ ਖਾ ਕੇ ਗੁਜ਼ਾਰਾ ਕਰਦਾ ਹੈ। ਕਬਹੂ ਕੂਰੇ ਚਨੇ ਬਿਨਾਵੈ। ਫਿਰ ਮਹਾਰਾਜ ਕੀ ਆਖਦੇ ਨੇ, ਜੋ ਰਾਮ ਰਾਖੈ ਤਿਉਂ ਰਹੀਐ ਰੇ ਭਾਈ। ਜਿਵੇਂ ਪਰਮੇਸ਼ਰ ਰੱਖਦਾ ਨਾ ਉਸ ਤਰ੍ਹਾਂ ਉਸ ਦੀ ਰਜਾ ਵਿੱਚ ਰਹਿ। ਅਤੇ ਇਹ ਦੁਨਿਆਵੀ ਜਿਹੜਾ ਧਨ ਹੈ ਪਿਆਰ ਵਾਲਿਓ, ਇਹ ਆਉਂਦਾ ਜਾਂਦਾ ਰਹਿੰਦਾ ਹੈ, ਪਰ ਨਾਮ ਧਨ ਤਾਂ ਇਹ ਬੜਾ ਔਖਾ ਹੀ ਲੱਭਦਾ ਹੈ। ਪਰ ਅਸੀਂ ਦੇਖਦੇ ਜਿਨ੍ਹਾਂ ਕੋਲ ਦੁਨਿਆਵੀ ਧਨ ਹੈ 4 ਦਿਨ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਲੋਕ ਜਦੋਂ ਤੱਕ ਉਹਨਾਂ ਕੋਲ ਧਨ ਹੈ ਪਿੱਛੇ ਤੁਰਦੇ। ਦੁਨਿਆਵੀ ਲੋਕ ਉਹਨਾਂ ਦੀ ਵਡਿਆਈ ਕਰਦੇ ਨੇ। ਸੰਸਾਰ ਦੀ ਆਮ ਬਿਰਤੀ ਹੈ, ਕੌਣ ਵੱਡਾ ਮਾਇਆ ਵਡਿਆਈ। ਕੌਣ ਵੱਡਾ ਹੈ? ਜਿਹਦੇ ਕੋਲ ਮਾਇਆ ਵਧ ਹੈ। ਮੈਂ ਇੱਕ ਬੇਨਤੀ ਕਰਾਂ, ਬੰਦੇ ਦੀ ਵਡਿਆਈ ਨਹੀਂ, ਬੰਦੇ ਕੋਲ ਜੇ ਦੁਨਿਆਵੀ ਧਨ ਆ ਗਿਆ ਵਡਿਆਈ ਉਸ ਦੀ ਹੋ ਰਹੀ ਹੈ। ਇੱਕ ਵਿਦਵਾਨ ਨੇ ਲਿਖਿਆ ਕਿ ਮਨੁੱਖ ਦੀ 3 ਸਟੇਜਾਂ ਨੇ, ਪਰਸੂ ਪਰਸਾ ਪਰਸਰਾਮ ਮਾਇਆ ਕੇ ਹੈ 3 ਕਾਮ। ਇਹ ਦੁਨਿਆਵੀ ਜਿਹੜਾ ਧਨ 3 ਕੰਮ ਕਰਦਾ ਹੈ। ਜਦੋਂ ਨਹੀਂ ਹੁੰਦਾ ਤਾਂ ਉਸੇ ਬੰਦੇ ਨੂੰ ਲੋਕ ਪਰਸਾ ਕਹਿੰਦੇ ਨੇ। ਜਦੋਂ ਥੋੜ੍ਹਾ ਸਾ ਧਨ ਆ ਜਾਂਦਾ ਉਹਨੂੰ ਪਰਸੂ ਕਹਿਣ ਲੱਗ ਪੈਂਦੇ ਨੇ, ਪਰਸੂ ਜੀ। ਅਤੇ ਜਦੋਂ ਧਨ ਬਹੁਤਾ ਆ ਜਾਂਦਾ ਉਹਨੂੰ ਪਰਸਰਾਮ ਜੀ ਕਹਿਣ ਲੱਗ ਪੈਂਦੇ ਨੇ। ਮਾਇਆ ਦੇ 3 ਕੰਮ ਨੇ ਕਹਿੰਦੇ। ਜਦ ਨਹੀਂ ਸੀ ਉਦੋਂ ਕੋਈ ਪੁੱਛਦਾ ਨਹੀਂ ਸੀ, ਕੁਛ ਆ ਗਈ ਥੋੜ੍ਹਾ ਪੁੱਛਣਾ ਸ਼ੁਰੂ ਕਰ ਦਿੱਤਾ। ਜਦੋਂ ਮਾਇਆ ਹੋਰ ਵੱਧ ਗਈ ਅਤੇ ਉਸਨੂੰ ਪਰਸਰਾਮ ਜੀ ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੱਤਾ। ਦੁਨਿਆਵੀ ਤੌਰ 'ਤੇ ਕਿਉਂਕਿ ਜਿਹਦੇ ਕੋਲ ਧਨ ਹੈ ਲੋਕ ਉਸ ਦੀ ਵਡਿਆਈ ਕਰਦੇ ਨੇ, ਪਰ ਗੁਰਮਤਿ ਨੂੰ ਪੁੱਛੀਏ ਤਾਂ ਸਤਿਗੁਰ ਕਹਿੰਦੇ ਨੇ, ਕਹਿੰਦੇ ਅਸਲ ਵਿੱਚ ਅਮੀਰ ਉਹ ਹੈ ਜਿਸ ਦੇ ਕੋਲ ਨਾਮ ਦਾ ਧਨ ਹੈ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵਲਾਈ। ਇੱਕ ਹੋਰ ਬਚਨ ਮਹਾਰਾਜ ਜੀ ਨੇ ਬਾਣੀ 'ਚ ਲਿਖਿਆ, ਮਹਾਰਾਜ ਕਹਿੰਦੇ ਜਿਸ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਕੋਲ ਦੁਨਿਆਵੀ ਧਨ ਹੈ ਗੁਰਮਤਿ ਦੀ ਦ੍ਰਿਸ਼ਟੀ ਵਿੱਚ ਉਹ ਕੰਗਾਲ ਨੇ, ਉਹ ਫਕੀਰ ਨੇ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਤੂੰ ਵਸਦਾ ਹੈ ਉਹ ਗੁਣੀ ਗਹੀਰ ਨੇ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਅਸੀਂ ਸਾਰੇ ਮਿਲ ਕੇ ਵੀ ਚਾਹੀਏ ਤਾਂ ਗੁਰੂ ਨਾਨਕ ਪ੍ਰਗਟ ਨਹੀਂ ਕਰ ਸਕਦੇ, ਗੁਰੂ ਨਾਨਕ ਨਹੀਂ ਬਣਾ ਸਕਦੇ। ਅਸੀਂ ਸਾਰੇ ਵੀ ਯਤਨ ਕਰੀਏ ਤਾਂ ਭਗਤ ਰਵਿਦਾਸ ਪੈਦਾ ਨਹੀਂ ਕਰ ਸਕਦੇ। ਪਰ ਜੇ ਭਗਤ ਯਤਨ ਕਰਨ, ਸਾਡੇ ਵਰਗੇ ਕਿਤਨੇ ਰਵਿਦਾਸ ਪੈਦਾ ਕਰ ਸਕਦੇ। ਅਸੀਂ ਜਿੰਨਾ ਮਰਜ਼ੀ ਧਨ ਇਕੱਠਾ ਕਰਕੇ ਪ੍ਰਗਟ ਕਰਨਾ ਚਾਹੀਏ ਰਵਿਦਾਸ ਜੀ ਵਰਗਿਆਂ ਨੂੰ, ਕਬੀਰ ਸਾਹਿਬ ਵਰਗਿਆਂ ਨੂੰ, ਨਾਮਦੇਵ ਵਰਗਿਆਂ ਨੂੰ, ਕੀ ਅਸੀਂ ਐਸੇ ਬੰਦੇ ਬਣਾ ਸਕਦੇ ਹਾਂ? ਭਾਵੇਂ ਸੀ ਕਿ ਸਾਡੇ ਕੋਲ ਧਨ ਬੜਾ, ਉਹਨਾਂ ਕੋਲ ਕੀ ਸੀ? ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹ ਕੇ ਵੇਖੋ, ਪੂਰੀ ਜ਼ਿੰਦਗੀ ਕੁੱਲੀ ਦੇ ਅੰਦਰ ਗੁਜ਼ਾਰਾ ਕਰਦੇ ਰਹੇ, ਛੱਪਰ ਪਿਆ ਸੀ। ਪਰ ਵੱਡੇ ਵੱਡੇ ਲੋਕ ਉਹਨਾਂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਉਂਦੇ ਸਨ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਨਾਮ ਦਾ ਧਨ ਹੈ। ਕਹਿ ਰਹੇ ਨੇ, ਕਹਿੰਦੇ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ। ਕਹਿੰਦੇ ਮੈਂ ਰਾਮਈਆ ਧਨ ਪ੍ਰਾਪਤ ਕਰ ਲਿਆ, ਮੈਨੂੰ ਨਾਮ ਧਨ ਦੀ ਪ੍ਰਾਪਤੀ ਹੋ ਗਈ ਹੈ। ਉਹ ਨਾਮ ਧਨ ਦੇ ਵਿੱਚ ਤਾਕਤ ਕਿੰਨੀ ਹੈ ਦੇਖੋ ਤੁਸੀਂ। ਇਹ ਜਿਹੜਾ ਕੁੱਲੀ ਵਿੱਚ ਰਹਿਣ ਵਾਲਾ ਹੈ, ਇੱਕ ਰਾਜਾ ਵੀ ਆ ਕੇ ਉਹਨਾਂ ਦੇ ਚਰਨਾਂ 'ਚ ਝੁਕਿਆ। ਨਾਮ ਧਨ ਦੀ ਐਸੀ ਪਕੜ ਹੈ। ਭਗਤ ਜੀ ਕਹਿੰਦੇ ਮੈਂ ਉਹ ਨਾਮ ਧਨ ਪ੍ਰਾਪਤ ਕਰ ਲਿਆ, ਮੈਨੂੰ ਉਹ ਨਾਮ ਧਨ ਲੱਭ ਗਿਆ। ਮੈਨੂੰ ਮਾਫ਼ ਕਰ ਦੇਣਾ, ਦੁਨਿਆਵੀ ਧਨ ਲੱਭੇ ਤੇ ਚੋੜੇ ਨਾ ਹੋਇਆ ਕਰੋ ਵੀ ਸਾਨੂੰ ਦੁਨਿਆਵੀ ਧਨ ਮਿਲ ਗਿਆ। ਅਹੰਕਾਰ ਨਾ ਕਰਿਆ ਕਰੋ, ਕਿਉਂਕਿ ਦੁਨਿਆਵੀ ਧਨ ਮਿਲ ਵੀ ਗਿਆ, ਇਹ ਮਿਲ ਕੇ ਵੀ ਦੁੱਖ ਦਿੰਦਾ ਹੈ। ਪਰਮਾਤਮਾ ਨਾਮ ਨਾ ਵੀ ਮਿਲੇ, ਜੇ ਉਸ ਨਾਮ ਦੇ ਬਾਰੇ ਸੁਣ ਵੀ ਲਈਏ ਤਾਂ ਵੀ ਬੜਾ ਆਨੰਦ ਪ੍ਰਾਪਤ ਹੁੰਦਾ। ਉਚਾਰਨ ਕਰੋ ਸਤਿਨਾਮ। ਨਾਮ ਧਨ ਮਿਲਿਆ ਨਹੀਂ, ਪਰ ਗੱਲਾਂ ਸੁਣਨੇ ਨੂੰ ਬੜਾ ਆਨੰਦ ਆ ਰਿਹਾ। ਮੈਂ ਕਰ ਰਿਹਾ, ਬੜਾ ਆਨੰਦ ਆ ਰਿਹਾ ਨਾਮ ਧਨ ਦੀਆਂ ਗੱਲਾਂ। ਮਿਲਿਆ ਨਹੀਂ, ਮਾਫ਼ ਕਰਨਾ, ਅਜੇ ਉੱਥੇ ਤੱਕ ਪਹੁੰਚੇ ਨਹੀਂ, ਪਰ ਆਨੰਦ ਬੜਾ ਆ ਰਿਹਾ। ਦੁਨਿਆਵੀ ਧਨ ਮਿਲ ਕੇ ਵੀ ਦੁੱਖ ਦਿੰਦਾ ਹੈ, ਨਾਮ ਧਨ ਨਾ ਵੀ ਮਿਲੇ, ਉਸਦੀ ਗੱਲਾਂ ਵੀ ਹੋਣ ਤਾਂ ਵੀ ਬੜਾ ਆਨੰਦ ਆਉਂਦਾ ਹੈ। ਸਤਿਗੁਰ ਨੇ ਵਚਨ ਬੜੇ ਪਿਆਰੇ ਲਿਖੇ। ਮਾਰ ਕਹਿੰਦੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ
ਨਿਹਾਲੀ। ਇਹ ਤਾਕਤ ਹੈ ਨਾਮ ਦੇ ਧਨ ਵਿੱਚ। ਭਗਤ ਜੀ ਕਹਿੰਦੇ ਮੈਂ ਨਾਮ ਦਾ ਧਨ ਪ੍ਰਾਪਤ ਕਰ ਲਿਆ। ਫਿਰ ਕਹਿਣ ਲੱਗੇ ਕਹਾ ਭਇਓ ਜੋ ਤਨ ਭਇਓ ਛਿਨ ਛਿਨ। ਹੁਣ ਭਗਤ ਜੀ ਕਹਿਣ ਲੱਗੇ, ਕਹਿੰਦੇ ਕੀ ਹੋਇਆ? ਇੱਥੇ ਪਾਠ ਕਹਾ ਨਹੀਂ ਪੜਾਂਗੇ। ਕਹਾਂ ਦਾ ਅਰਥ ਹੁੰਦਾ ਕਿੱਥੇ, ਅਤੇ ਕਹਾ ਦਾ ਅਰਥ ਹੈ ਕੀ। ਦੋਨੋਂ ਪਾਠਾਂ ਦੇ ਵਿੱਚ ਫਰਕ ਰੱਖਾਂਗੇ। ਜਿੱਥੇ ਕੀ ਵਾਸਤੇ ਪਾਠ ਕਰਨਾ ਹੈ ਉੱਥੇ ਪੜਾਂਗੇ ਕਹਾ। ਕਹਾ ਦਾ ਅਰਥ ਹੈ ਕੀ, ਅਤੇ ਕਹਾਂ ਦਾ ਅਰਥ ਹੈ ਕਿੱਥੇ। ਅਰਥ ਦੋਨਾਂ ਦੇ ਵੱਖਰੇ ਵੱਖਰੇ। ਇੱਥੇ ਪਾਠ ਕਰਾਂਗੇ ਕਹਾ ਭਇਓ ਜੋ ਤਨ ਭਇਓ ਛਿਨ ਛਿਨ। ਕਹਿੰਦੇ ਇਹ ਨਾਮ ਤਨ ਲਵ ਕੇ ਹੁਣ ਜੇ ਮੇਰਾ ਸਰੀਰ ਨਾਸ ਹੋ ਜਾਏ, ਛਿਨ ਛਿਨ ਹੋ ਜਾਏ, ਟੋਟੇ ਟੋਟੇ ਹੋ ਜਾਏ, ਤਾਂ ਵੀ ਮੈਨੂੰ ਕੋਈ ਪਰਵਾਹ ਨਹੀਂ। ਕੀ ਹੋਇਆ ਫਿਰ? ਮੰਨ ਲਓ ਕਿ ਜੇ ਨਾਮ ਦੀ ਪ੍ਰਾਪਤੀ ਹੋ ਗਈ, ਨਾਮ ਤਨ ਪ੍ਰਾਪਤ ਹੋ ਗਿਆ, ਜਿਸ ਦਿਨ ਨਾਮ ਤਨ ਪਿਆਰੋ ਮਿਲ ਜਾਵੇਗਾ ਉਸ ਦਿਨ ਇਸ ਤਨ ਦੀ ਕੋਈ ਪਰਵਾਹ ਨਹੀਂ ਰਹੇਗੀ। ਫਿਰ ਜੀਵਨ ਨਹੀਂ ਮੰਗਾਂਗੇ, ਹੋਰ 1 ਸਾਲ, ਹੋਰ 2 ਸਾਲ ਹੋਰ ਜੀ ਲਵਾਂ, ਕੋਈ ਮੰਗ ਨਹੀਂ ਰਹੇਗੀ। ਜਿਸ ਨਾਲ ਨਾਮ ਦਾ ਧਨ ਪ੍ਰਾਪਤ ਹੋ ਗਿਆ ਨਾ, ਉਸ ਦਿਨ ਬੰਦਾ ਕਹੇਗਾ ਭਾਵੇਂ ਅੱਜ ਇਹੀ ਭਾਂਡਾ ਅੱਜ ਟੁੱਟ ਜਾਏ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਜਿਹੜੀ ਚੀਜ਼ ਦੀ ਪ੍ਰਾਪਤੀ ਵਾਸਤੇ ਮੈਂ ਆਇਆ ਸੀ ਉਹ ਮੈਨੂੰ ਹਾਸਲ ਹੋ ਗਈ ਹੈ। ਹੁਣ ਇੱਕ ਬੱਚੇ ਨੇ PhD ਕਰ ਲਈ ਹੈ, ਡਿਗਰੀ ਹੱਥ 'ਚ ਆ ਗਈ, ਹੁਣ ਉਸੇ ਯੂਨੀਵਰਸਿਟੀ ਬੈਠ ਕੇ ਕੀ ਕਰੇਗਾ? ਕਹਿੰਦਾ ਹੁਣ ਕੀ ਲੋੜ ਹੈ ਇਸਦੀ, ਹੁਣ ਮੇਰਾ ਕੰਮ ਪੂਰਾ ਹੋ ਗਿਆ, ਮੈਨੂੰ ਡਿਗਰੀ ਹਾਸਲ ਹੋ ਗਈ ਹੈ। ਜਦੋਂ ਸਾਨੂੰ ਨਾਮ ਦੇ ਧਨ ਦੀ ਪ੍ਰਾਪਤੀ ਹੋਵੇਗੀ, ਜਿਹੜੇ ਬਚਨ ਭਗਤ ਰਵਿਦਾਸ ਜੀ ਕਹਿੰਦੇ ਨੇ ਕਹਾ ਭਇਓ ਜੋ ਤਨ ਭਇਓ ਛਿਨ ਛਿਨ। ਕੀ ਹੋਇਆ ਜੇ ਇਹ ਤਨ ਨਾਸ ਹੋ ਜਾਏ? ਪਾਓ ਕਿ ਇਸ ਤਨ ਦੇ ਨਾਸ ਹੋਣ ਦੀ ਵੀ ਮੈਨੂੰ ਹੁਣ ਕੋਈ ਪਰਵਾਹ ਨਹੀਂ। ਐਡੀ ਮੌਜ ਵਿੱਚ ਨੇ ਭਗਤ ਰਵਿਦਾਸ ਜੀ। ਅਸੀਂ ਅਰਦਾਸਾਂ ਕਰਦੇ ਮਹਾਰਾਜ ਹੋਰ ਲੰਬੀ ਉਮਰ ਕਰੇ, ਹੋਰ ਜੀ ਜਾਈਏ। ਇਹ ਉਨਾ ਚਿਰ ਹੀ ਨਾ ਜਿੰਨਾ ਚਿਰ ਸੱਚ ਨਾਲ ਨਹੀਂ ਜੁੜਦੇ। ਜਦੋਂ ਨਾਮ ਨਾਲ ਨਹੀਂ ਜੁੜਦੇ, ਜਦੋਂ ਨਾਮ ਨਾਲ ਜੁੜ ਜਾਵਾਂਗੇ ਇਹ ਗੱਲ ਸਮਝ ਆ ਜਾਵੇਗੀ ਵੀ ਜਿਤਨਾ ਵੀ ਜੀਣਾ ਹੈ ਉਸ ਰੱਬ ਨੇ ਹੀ ਜਿਵਾਉਣਾ ਹੈ। ਉਹ ਰੱਬ ਜਿੰਨਾ ਚਿਰ ਦਾ ਸਮਾਂ ਦੇ ਕੇ ਭੇਜਿਆ ਉਨਾ ਚਿਰ ਹੀ ਜੀਣਾ। ਜਦੋਂ ਉਸ ਦੀ ਰਜ਼ਾ ਸਮਝ ਆ ਜਾਏਗੀ ਨਾ, ਫਿਰ ਇਹ ਮੰਗ ਖਤਮ, ਫਿਰ ਕੋਈ ਪਰਵਾਹ ਨਹੀਂ। ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਜਿਵੇਂ ਕਹਿੰਦੇ ਪਰਵਾਹ ਨਾ ਹੀ ਕਿਸੇ ਕੇਰੀ ਆਵਾਜ਼ ਸੱਚੇ ਨਾ। ਮੈਨੂੰ ਹੁਣ ਕਿਸੇ ਦੀ ਪਰਵਾਹ ਨਹੀਂ। ਫਿਰ ਕਹਿਣ ਲੱਗੇ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਹੇ ਮੇਰੇ ਰਾਮ, ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ ਇਸ ਦੇ ਮਨ ਵਿੱਚੋਂ ਤੇਰੇ ਚਰਨਾਂ ਦਾ ਪਿਆਰ ਦੂਰ ਹੋਵੇਗਾ। ਪਾਓ ਕਿ ਜੇ ਮੇਰੇ ਮਨ ਵਿੱਚੋਂ ਤੇਰੇ ਚਰਨਾਂ ਦਾ ਪਿਆਰ ਦੂਰ ਹੋ ਗਿਆ ਨਾ, ਤਾਂ ਮੈਨੂੰ ਡਰ ਲੱਗੇਗਾ। ਪਾਓ ਕਿ ਜਦੋਂ ਤੱਕ ਤੇਰੇ ਚਰਨਾਂ ਦਾ ਪਿਆਰ ਬਣਿਆ ਹੋਇਆ ਮੈਨੂੰ ਕੋਈ ਡਰ ਨਹੀਂ। ਪਿਆਰ ਵਾਲਿਓ, ਡਰ ਉਸ ਦਿਨ ਹੈ ਜਿਸ ਦਿਨ ਪਾਪ ਕਰਾਂਗੇ। ਜਿਸ ਤਰ੍ਹਾਂ ਪਰਮਾਰਥ 'ਤੇ ਤੁਰਾਂਗੇ ਨਾ, ਪਰਮਾਰਥ 'ਤੇ ਤੁਰਨ ਵਾਲਿਆਂ ਨੂੰ ਕੋਈ ਡਰ ਨਹੀਂ। ਪਾਪੀ ਮਨੁੱਖ ਨੂੰ ਡਰ ਹੈ। ਮਹਾਰਾਜ ਕਹਿੰਦੇ ਸੋ ਡਰ ਹੈ ਜੇ ਪਾਪ ਕਮਾਉਂਦਾ, ਧਰਮੀ ਵਿਕਸੇਤ। ਉਹ ਡਰਦਾ ਜਿਹੜਾ ਪਾਪ ਕਰਦਾ, ਜਿਹੜਾ ਧਰਮ ਕਰਦਾ ਉਹ ਬੜਾ ਖੁਸ਼ ਹੁੰਦਾ। ਭਗਤ ਜੀ ਕਹਿੰਦੇ ਨੇ ਪ੍ਰੇਮ ਜਾਏ, ਪਾਓ ਕਿ ਜੇ ਤੇਰਾ ਪਿਆਰ ਦੂਰ ਹੋਵੇ ਤਦੋਂ ਡਰ ਪੈ ਤੇਰੋ ਜਨ। ਤਾਂ ਫਿਰ ਤੇਰਾ ਜਨ, ਤੇਰਾ ਸੇਵਕ ਤਦੋਂ ਘਬਰਾਏਗਾ। ਪਾਓ ਕਿ ਮੈਨੂੰ ਉਸ ਵੇਲੇ ਡਰ ਲੱਗੇਗਾ ਜਦੋਂ ਤੇਰਾ ਪਿਆਰ ਦੂਰ ਹੋਵੇਗਾ। ਤੇਰੇ ਪਿਆਰ ਤੋਂ ਮੈਂ ਸਖਣਾ ਹੋਵਾਂਗਾ, ਤੇਰੇ ਪਿਆਰ ਤੋਂ ਵਾਂਝਾ ਹੋਵਾਂਗਾ। ਜਿਨ੍ਹਾਂ ਨੇ ਪਿਆਰ ਕੀਤਾ ਨਾ, ਉਹਨਾਂ ਨੇ ਕਹਿ ਦਿੱਤਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ। ਜੋਬਨ ਪ੍ਰੀਤ ਬਿਨ ਸੁਖ ਗਏ ਕੁਮਲਾਏ। ਕਹਿੰਦੇ ਜਵਾਨੀ ਚਲੀ ਜਾਏ ਕੋਈ ਪਰਵਾਹ ਨਹੀਂ। ਅਸੀਂ ਕਹਿੰਦੇ ਅਸੀਂ ਬੁੱਢੇ ਕਿਉਂ ਹੋ ਗਏ, ਸਾਡੀ ਜਵਾਨੀ ਕਿਉਂ ਚਲੀ ਗਈ? ਭਗਤ ਜੀ ਕਹਿੰਦੇ ਜੋਬਨ ਜਾਂਦੇ ਨਾ ਡਰਾਂ, ਜਵਾਨੀ ਲੰਘਦਾ ਮੈਨੂੰ ਕੋਈ ਡਰ ਨਹੀਂ। ਕੀ ਕਰਨਾ ਅਸੀਂ ਜਵਾਨੀਆਂ ਦਾ ਜੋ ਪਰਮਾਤਮਾ ਦੇ ਨਾਮ ਤੋਂ ਸਖਣੀ ਹੈ। ਜੇ ਵਾਹਿਗੁਰੂ ਜੀ ਦਾ ਨਾਮ ਹੀ ਪ੍ਰਾਪਤ ਹੋ ਗਿਆ, ਫਿਰ ਜਵਾਨੀ ਚਲੀ ਜਾਏ ਤਾਂ ਫਿਰ ਕੋਈ ਡਰ ਥੋੜ੍ਹੀ ਹੈ। ਇਸ ਕਰਕੇ ਕਹਿੰਦੇ ਡਰ ਤਾਂ ਲੱਗੇਗਾ। ਭਗਤ ਰਵਿਦਾਸ ਜੀ ਕਹਿੰਦੇ ਨੇ ਜਦੋਂ ਤੇਰੇ ਨਾਮ ਤੋਂ ਸਖਣੇ ਹੋਵਾਂਗੇ। ਫਿਰ ਕਹਿਣ ਲੱਗੇ, ਕਹਿੰਦੇ ਨੇ ਸੰਪਤ ਵਿਪਤ ਪਟਲ ਮਾਇਆ ਤਨ, ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਆਮ ਸੰਸਾਰ ਦੇ ਲੋਕ ਸੋਖ ਵਿਪਤਾ ਧਨ ਇਸ ਮਾਇਆ ਦੇ ਪਰਦੇ ਪਏ ਹੋਏ ਨੇ ਮਨੁੱਖ ਦੀ ਮਤ ਉੱਤੇ, ਅਤੇ ਇਹਨਾਂ ਵਿੱਚ ਗਲਤਾਨ ਨੇ। ਸੰਪਤ ਵਿਪਤ ਪਟਲ ਮਾਇਆ ਧਨ। ਸੰਪਤੀ, ਧਨ ਦੀ ਬਹੁਲਤਾ, ਇਹਨੂੰ ਕਹਿੰਦੇ ਨੇ ਜਿਹੜਾ ਧਨ ਦੀ ਸੋਖ ਹੁੰਦੀ।
ਇਹ ਗੱਲ ਯਾਦ ਰੱਖਣਾ, ਜੀਵਨ ਦੇ ਵਿੱਚ ਗੁਰਬਾਣੀ ਕਹਿੰਦੀ ਬਹੁਤਾ ਧਨ ਨਹੀਂ ਹੋਣਾ ਚਾਹੀਦਾ। ਮੈਂ ਕਈ ਵਾਰੀ ਬੇਨਤੀ ਕਰਦਾ, ਆਪਣੇ ਬੱਚਿਆਂ ਨੂੰ ਧਨ ਤੁਹਾਡੇ ਕੋਲ ਹੋਵੇ ਨਾ, ਤੇ ਉਹਨਾਂ ਨੂੰ ਜ਼ਿਆਦਾ ਸੌਖਾ ਨਾ ਕਰੋ ਜੀਵਨ ਨੂੰ। ਵੀ ਲੈ ਪੁੱਤ ਜਾ ਤੂੰ ਸਕੂਲ ਦੇ ਵਿੱਚ ਖੁੱਲ੍ਹਾ ਜਾ ਕੇ ਖਰਚ, ਮਾਰਕੀਟ ਜਾ ਖੁੱਲ੍ਹਾ ਖਰਚ। ਜਿਹੜੇ ਬੱਚਿਆਂ ਨੂੰ ਜਦੋਂ ਉਹਨਾਂ ਨੇ ਕਾਮਯਾਬ ਹੋਣਾ ਹੈ, ਆਪਣੇ ਪੈਰਾਂ 'ਤੇ ਖੜਨਾ ਹੈ, ਉਸ ਵੇਲੇ ਧਨ ਬਹੁਤਾ ਪ੍ਰਾਪਤ ਹੋ ਜਾਏ ਤਾਂ ਸੱਚ ਜਾਣਨਾ ਉਸ ਵੇਲੇ ਉਹ ਬੱਚੇ ਉਸ ਉਮਰ ਦੇ ਵਿੱਚ ਹੀ ਵਿਗੜ ਜਾਂਦੇ ਨੇ। ਧਨ ਦੀ ਸੌਖ ਵੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸੰਪਤ ਵਿਪਤ, ਵਿਪਤ ਦਾ ਅਰਥ ਹੁੰਦਾ ਵਿਪਤਾ ਮੁਸੀਬਤ, ਪਟਲ ਦਾ ਅਰਥ ਹੈ ਪਰਦੇ। ਕਿਉਂਕਿ ਮਨੁੱਖ ਦੀ ਜ਼ਿੰਦਗੀ ਵਿੱਚ ਸੌਖ ਹੈ, ਵਿਪਤਾ ਹੈ, ਧਨ ਹੈ, ਇਹ ਮਾਇਆ ਦੇ ਪਰਦੇ ਹਨ। ਮਾਇਆ ਮਨੁੱਖ ਦੇ ਮੱਥੇ 'ਤੇ ਪਰਦੇ ਪਾ ਦਿੰਦੀ ਹੈ। ਜਦੋਂ ਜ਼ਿਆਦਾ ਸੌਖ ਹੋਵੇ, ਧਨ ਬਹੁਤਾ ਹੋਵੇ ਨਾ, ਤਾਂ ਫਿਰ ਬੰਦੇ ਨੂੰ ਸੱਚ ਅਤੇ ਝੂਠ ਦਾ ਪਤਾ ਨਹੀਂ ਲੱਗਦਾ। ਮੱਥੇ 'ਤੇ ਪਰਦਾ ਪਾ ਦਿੰਦੀ ਸੌਖ। ਸਾਧਨ ਜ਼ਿਆਦਾ ਹੋਣ ਨਾ ਘਰ ਦੇ ਵਿੱਚ, ਸੁੱਖ ਸੁਵਿਧਾਵਾਂ ਜ਼ਿਆਦਾ ਹੋਣ, ਇੱਥੇ ਮਨੁੱਖ ਦੇ ਮੱਥੇ 'ਤੇ ਪਰਦਾ ਪੈ ਜਾਂਦਾ। ਉਹ ਕਾਮੀ ਵੀ ਹੋ ਜਾਂਦਾ, ਉਹ ਕ੍ਰੋਧੀ ਵੀ ਹੋ ਜਾਂਦਾ, ਉਹ ਲੋਭੀ ਲਾਲਚੀ ਵੀ ਹੋ ਜਾਂਦਾ, ਮੋਹ ਵਿੱਚ ਵੀ ਫਸ ਜਾਂਦਾ, ਹੰਕਾਰੀ ਵੀ ਹੋ ਜਾਂਦਾ, ਕਿਉਂਕਿ ਮਾਇਆ ਦੀ ਸੌਖ ਉਸਦੇ ਮੱਥੇ ਦੇ ਉੱਤੇ ਪਰਦੇ ਪਾ ਦਿੰਦੀ ਹੈ। ਭਗਤ ਜੀ ਕਹਿੰਦੇ ਸੰਪਤ ਵਿਪਤ ਪਟਲ ਮਾਇਆ ਤਨ, ਆਖਣ ਲੱਗੇ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਕਹਿੰਦੇ ਤੇਰਾ ਜਿਹੜਾ ਸੇਵਕ ਰਵਿਦਾਸ ਹੈ ਨਾ, ਤੇਰੇ ਪਿਆਰ ਦੀ ਰੱਸੀ ਨਾਲ ਬੱਝਿਆ ਹੋਇਆ ਹੋਣ ਕਰਕੇ ਨਾ, ਸੱਚ ਇਹ ਹੈ ਕਿ ਇਨ ਮਾਇਆ ਦੇ ਪਰਦਿਆਂ ਵਿੱਚ ਹੁਣ ਨਹੀਂ ਫਸਦਾ। ਪਾਓ ਕਿ ਮਗਨ ਨਹੀਂ ਹੁੰਦਾ ਇਸ ਮਾਇਆ ਵਿੱਚ। ਅਸੀਂ ਮਾਇਆ 'ਚ ਮਗਨ ਹੋ ਜਾਂਦੇ। ਪੁੱਛੋ ਕਿਉਂ ਨਹੀਂ ਗੁਰਦੁਆਰੇ ਆਉਂਦੇ? ਲਓ ਜੀ ਟਾਈਮ ਨਹੀਂ ਲੱਗਦਾ, ਕਾਰੋਬਾਰ ਵੱਧ ਗਏ। ਕਿਉਂ ਨਹੀਂ ਗੁਰਦੁਆਰੇ ਆਉਂਦੇ ਜੀ? ਪਰਿਵਾਰ ਦੇਖਣਾ ਪੈਂਦਾ। ਮੈਂ ਕਹਿੰਦਾ ਪਰਿਵਾਰ ਨੂੰ ਵੀ ਨਾਲ ਲਿਆਓ। ਕਈ ਕਹਿੰਦੇ ਨੇ ਰਿਸ਼ਤੇਦਾਰ ਆ ਗਏ ਸਨ, ਵੀ ਉਹਨਾਂ ਨੂੰ ਵੀ ਨਾਲ ਗੁਰਦੁਆਰੇ ਲਿਆਓ। ਉਹ ਰਿਸ਼ਤੇਦਾਰ ਥੋੜ੍ਹੀ ਹੈ ਜਿਹੜੇ ਤੁਹਾਨੂੰ ਗੁਰੂ ਦੇ ਦਰ 'ਤੇ ਨਾ ਆਉਣ ਦੇਣ, ਤੁਹਾਨੂੰ ਬਾਣੀ ਨਾ ਪੜ੍ਹਨ ਦੇਣ। ਮੈਂ ਕਹਿੰਦਾ ਉਹ ਘਰ 'ਚ ਮਾਇਆ ਚੱਲ ਕੇ ਆਈ। ਇਸ ਕਰਕੇ ਕਹਿੰਦੇ ਤਾਂ ਮੈਂ ਮਗਨ ਹੋਤ ਨਾ ਤੇਰੇ ਜਨ। ਹੇ ਪ੍ਰਭੂ, ਤੇਰਾ ਸੇਵਕ ਮਾਇਆ ਦੇ ਇਹਨਾਂ ਪਰਦਿਆਂ ਵਿੱਚ ਹੁਣ ਮਗਨ ਨਹੀਂ ਹੁੰਦਾ। ਪਾਓ ਕਿ ਇਹਨਾਂ ਮਾਇਆ ਦੇ ਵਿੱਚ ਨਾ ਤਾਂ ਸੋਖ ਵਿੱਚ ਮਗਨ ਹੁੰਦਾ, ਅਸੀਂ ਸੋਖ 'ਚ ਮਗਨ ਹੋ ਜਾਂਦੇ ਹਾਂ। ਬਹੁਤੇ ਲੋਕ ਕਹਿੰਦੇ ਘਰ 'ਚ TV ਲੱਗਿਆ, ਦਰਬਾਰ ਸਾਹਿਬ ਚੱਲਦਾ, ਉੱਥੋਂ ਹੀ ਕਥਾ ਸੁਣ ਲੈਂਦੇ, ਉੱਥੋਂ ਹੀ ਕੀਰਤਨ ਸੁਣ ਲੈਂਦੇ। ਇਹ ਸੋਖ ਹੈ। ਸਾਨੂੰ ਗੁਰਦੁਆਰੇ ਤੱਕ ਇਹ ਸੋਖ ਨਹੀਂ ਆਉਂਦੇ ਰਹੀ। ਚਾਹੀਦਾ ਸੀ ਸਤਸੰਗਤ ਕਰਨੀ, ਉਹ ਸਤਸੰਗਤ ਥੋੜ੍ਹੀ ਹੋ ਰਹੀ ਹੈ, ਮਾਫ਼ ਕਰ ਦੇਣਾ। ਉਹ ਸਤਸੰਗਤ ਨਹੀਂ ਹੈ, ਉਹ ਮਾਇਆ ਦੀ ਸੋਖ ਹੈ। ਸਤਸੰਗਤ ਜੋ ਸੱਤ ਦੇ ਸੰਗ ਗੁਰੂ ਸਾਹਿਬ ਹਜ਼ੂਰੀ 'ਚ ਬੈਠ ਕੇ ਜੋ ਗੱਲ ਹੋਏਗੀ ਨਾ, ਉਹ ਘਰ ਵਿੱਚ TV ਲਗਾ ਲਓ, ਨਹੀਂ ਗੱਲ ਬਣ ਸਕਦੀ। ਮੈਂ ਗਾਰੰਟੀ ਨਾਲ ਲਿਖ ਕੇ ਦੇ ਸਕਦਾ। ਮੈਂ ਵੀ ਕਈ ਵਾਰੀ ਸੁਣਦਾ, ਪਰ ਉਹ ਗੱਲ ਬਣਦੀ ਕੋਈ ਨਹੀਂ। ਜੋ ਗੱਲ ਗੁਰੂ ਦੇ ਦਰ 'ਤੇ ਬੈਠ ਕੇ ਕਥਾ ਕੀਰਤਨ ਸ਼ਬਦ ਦੀ ਵਿਚਾਰ 'ਚ ਬਣਦੀ ਹੈ ਨਾ, ਕਮਰੇ 'ਚ ਬਹਿ ਕੇ ਨਹੀਂ ਬਣਦੀ। ਉਹ ਜਿੰਨਾ ਮਰਜ਼ੀ ਚੰਗਾ ਪ੍ਰਚਾਰਕ ਲੱਗਿਆ ਹੋਵੇ, ਕਥਾ ਕਰ ਰਿਹਾ ਹੋਵੇ, ਦਰਬਾਰ ਸਾਹਿਬ ਤੋਂ ਭਾਵੇਂ ਗਿਆਨੀ ਪਿੰਦਰਪਾਲ ਸਿੰਘ ਕਿਉਂ ਨਾ ਲੱਗੇ ਹੋਣ, ਹੋਰ ਵੱਡੇ ਵੱਡੇ ਕਥਾਵਾਚਕ ਹੋਣ ਲੱਗੇ, ਪਰ ਉਹ ਗੱਲ ਨਹੀਂ ਬਣਦੀ। ਜੋ ਸੰਗਤ ਵਿੱਚ ਬੈਠ ਕੇ ਮਨ ਦੀ ਇਕਾਗਰਤਾ ਬਣਦੀ ਹੈ, ਉਹ ਘਰ 'ਚ ਬਣਦੀ ਹੈ ਜੀ, ਨਹੀਂ ਬਣਦੀ ਕਦੀ ਵੀ। ਪਰ ਉਹ ਸੋਖ ਦੇ ਵਿੱਚ ਅਸੀਂ ਗਲਤਾਨ ਹੋ ਗਏ। ਅਸੀਂ ਗੁਰਦੁਆਰੇ ਤੱਕ ਨਹੀਂ ਆ ਸਕਦੇ ਜੀ, ਘਰ ਹੀ ਦੇਖ ਲੈਂਦੇ। ਉਸ ਦੇ ਨਾਲ ਸਾਡਾ ਨੁਕਸਾਨ ਕੀ ਹੋਇਆ? ਸਾਡੀ ਲੱਤਾਂ ਖੜ ਗਈਆਂ। ਤੁਰਦੇ ਗੁਰਦੁਆਰੇ ਤੱਕ ਆਉਂਦੇ, ਆਵੋ ਹਵਾ ਵਧੀਆ ਮਿਲਦੀ, ਸਾਡੀ ਲੱਤਾਂ ਚੱਲਦੀਆਂ। ਸੰਗਤ ਦੇ ਨਾਲ ਮੇਲ ਮਿਲਾਪ ਬਣਦਾ, ਲੋਕ ਮਿਲਦੇ ਸਾਨੂੰ, ਸਾਡਾ ਲੋਕਾਂ ਨਾਲ ਪਿਆਰ ਬਣਦਾ, ਸਮਾਜ ਦੇ ਵਿੱਚ ਇੱਕ ਸਾਡੀ ਰਿਸਪੈਕਟ ਵੱਧਦੀ। ਬਹੁਤ ਸਾਰੀਆਂ ਕੇਵਲ ਸੰਗਤ ਵਿੱਚ ਆਉਣਾ ਇਹ ਨਹੀਂ ਵੀ ਗੁਰੂ ਸਾਹਿਬ ਜੀ ਦੇ ਵਿਚਾਰ ਹੈ। ਸੰਗਤ ਵਿੱਚ ਆਉਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਕਦੇ ਸੋਚਣਾ, ਕਦੇ ਵਿਚਾਰ ਕਰਕੇ ਵੇਖਣਾ ਵੀ ਗੁਰਬਾਣੀ ਵਿੱਚ ਕਿਤਨੇ ਕਿਸਮ ਦੀ ਪ੍ਰਾਪਤੀ ਲਿਖੀ ਹੈ, ਵੀ ਸੰਗਤ ਵਿੱਚ ਆਉਣ ਨਾਲ ਕੀ ਕੁਛ ਮਿਲਦਾ। ਇਕੱਲਾ ਰੂਹਾਨੀ ਜੀਵਨ ਨਹੀਂ ਹੈ, ਸੰਸਾਰੀ ਵਿਚਾਰਧਾਰਾ ਵੀ ਮਿਲਦੀ ਹੈ, ਲੋਕਾਂ ਨਾਲ ਵਿਚਰਨਾ, ਉੱਠਣਾ ਬੈਠਣਾ ਵੀ ਮਿਲਦਾ ਹੈ। ਸਾਡਾ ਪਰਿਵਾਰ ਬਣਦਾ ਸੰਗਤ ਵਿੱਚੋਂ। ਸੰਗਤ ਦਾ ਆਉਣ ਦਾ ਬਹੁਤ ਵੱਡਾ ਗੁਣ ਹੈ। ਖੈਰ ਅਗਲੇ ਵਚਨ ਵਿਚਾਰੀਏ। ਕਹਿਣ ਲੱਗੇ ਭਗਤ ਜੀ, ਕਹਿੰਦੇ ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ, ਕਹਿ ਰਵਿਦਾਸ ਛੂਟ ਵੋ ਕਵਨ ਗੁਣ। ਆਖਣ ਲੱਗੇ ਭਗਤ ਰਵਿਦਾਸ ਜੀ, ਹੇ ਮੇਰੇ ਪ੍ਰਭੂ, ਮੈਂ ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਵੱਜਿਆ ਹੋਇਆ। ਆਓ ਕਿ ਤੇਰੇ ਪਿਆਰ ਦੀ ਰੱਸੀ ਨੇ ਮੈਨੂੰ ਆਪਣੇ ਵਿੱਚ ਬੰਨਿਆ ਹੋਇਆ। ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹਿਗਿਆ ਦੀਨ, ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹੇ ਹਰ ਰੰਗ ਪੀਨ। ਮੈਂ ਪ੍ਰੇਮ ਦੇ ਵਿੱਚ ਕਹਿੰਦੇ ਨੇ ਤੇਰੇ ਨਾਲ ਜੁੜ ਗਿਆ ਹਾਂ। ਤੂੰ ਪ੍ਰੇਮ ਕਰਕੇ ਮੈਨੂੰ ਗਹਿ ਲਿਆ, ਫੜ ਲਿਆ, ਅਤੇ ਮੋਹੇ ਹਰ ਰੰਗ ਪੀਨ, ਮੈਂ ਤੇਰੇ ਨਾਮ ਰੰਗ ਵਿੱਚ ਭਿੱਜ ਗਿਆ ਹਾਂ। ਕਹਿੰਦੇ ਪ੍ਰੇਮ ਦੀ ਜੇਵੜੀ ਵਿੱਚ ਮੈਂ ਵੱਜਿਆ ਹੋਇਆ। ਕਹਿ ਰਵਿਦਾਸ ਛੂਟ ਵੋ ਕਵਨ ਗੁਣ। ਭਗਤ ਰਵਿਦਾਸ ਜੀ ਕਹਿੰਦੇ ਨੇ,
ਕਿ ਇਸ ਵਿੱਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ। ਭਾਵ ਕਿ ਇਸ ਦੇ ਵਿੱਚੋਂ ਹੁਣ ਮੈਂ ਕਿਵੇਂ ਨਿਕਲ ਜਾਂ, ਕੀ ਲਾਭ ਹੈ? ਕਵਨ ਗੁਣ ਦਾ ਅਰਥ ਕੀ ਲਾਭ ਹੈ ਤੇਰੇ ਪਿਆਰ ਦੀ ਰੱਸੀ ਵਿੱਚੋਂ ਛੁੱਟਣ ਦਾ। ਤੇਰੇ ਪਿਆਰ ਵਿੱਚ ਐਡਾ ਆਨੰਦ ਹੈ, ਤੇਰੇ ਨਾਲ ਜੁੜ ਕੇ ਇਤਨਾ ਆਨੰਦ ਆਉਂਦਾ ਹੈ, ਕੌਣ ਛੁੱਟਣਾ ਚਾਹੇਗਾ ਇਸ ਪਿਆਰ ਵਿੱਚੋਂ? ਤੇਰੇ ਪਿਆਰ ਨੂੰ ਕੌਣ ਤਿਆਗਣਾ ਚਾਹੇਗਾ? ਕਵਨ ਗੁਣ ਦਾ ਅਰਥ ਹੈ ਕੀ ਲਾਭ ਹੈ ਤੇਰੇ ਪਿਆਰ ਵਿੱਚੋਂ ਛੁੱਟਣ ਦਾ। ਪਾਓ ਕਿ ਹੁਣ ਮੇਰਾ ਜੀ ਨਹੀਂ ਕਰਦਾ ਤੇਰੇ ਪਿਆਰ ਤੋਂ ਕਿਤੇ ਦੂਰ ਜਾਣ ਨੂੰ। ਤੇਰੇ ਨਾਲ ਜੋ ਪਿਆਰ ਬਣਿਆ ਨਾ ਉਹਦੇ ਵਿੱਚ ਬੜਾ ਆਨੰਦ ਹੈ, ਬੜਾ ਖੇੜਾ ਹੈ। ਗੁਰੂ ਕਿਰਪਾ ਕਰੇ ਕਿ ਇਹ ਪਿਆਰ ਸਾਡੇ ਹਿਰਦੇ ਵਿੱਚ ਪੈਦਾ ਹੋ ਜਾਏ। ਔਰ ਕਹਾਣੀ ਸਾਰੀ ਪ੍ਰੇਮ ਦੀ ਹੈ। ਜਦੋਂ ਅਸੀਂ ਗੁਰੂ ਨੂੰ ਪਿਆਰ ਕਰਾਂਗੇ ਨਾ ਉਸ ਵੇਲੇ ਸਾਡਾ ਜੀਵਨ ਤਬਦੀਲ ਹੋਵੇਗਾ। ਪਿਆਰ ਹੀ ਇੱਕ ਐਸੀ ਦਾਤ ਹੈ ਜੋ ਸਾਨੂੰ ਰੱਬ ਦੇ ਨੇੜੇ ਕਰ ਦੇਗੀ। ਹੋਰ ਸਾਰੀਆਂ ਚੀਜ਼ਾਂ ਸਾਡੇ ਜੀਵਨ 'ਚੋਂ ਪਾਸੇ ਹੋ ਜਾਣਗੀਆਂ। ਅੱਜ ਦਾ ਪਾਵਨ ਮੁਖਵਾਕ ਜਿਹੜਾ ਆਇਆ ਉਹਦੇ ਵਿੱਚ ਵੀ ਮਹਾਰਾਜ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੂ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤੈ ਪਾਵੇ ਆਪੇ ਹੀ ਰਾਵੇ। ਇਤਨੇ ਬੋਲ ਪ੍ਰਵਾਨ ਕਰਨੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ